ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਫੋਰਨ ਪਾਲਿਸੀ ਪੂਰੀ ਤਰ੍ਹਾਂ ਕਲੈਪਸ ਹੋ ਗਈ ਜਾਪਦੀ ਹੈ ਔਰ ਭਾਰਤ ਦੇ ਅਮਰੀਕੀ ਖੇਮੇ ਵਿੱਚ ਜਾਣ ਦਾ ਨਤੀਜਾ ਹੈ ਕਿ ਚੀਨ, ਰੂਸ ਅਤੇ ਈਰਾਨ ਇੱਕ ਦੂਜੇ ਦੇ ਬਹੁਤ ਕਰੀਬ ਆ ਗਏ ਹਨ ਔਰ ਮੀਡੀਆ ਰਿਪੋਰਟਾਂ ਅਨੁਸਾਰ ਚੀਨ, ਰੂਸ ਅਤੇ ਈਰਾਨ ਦੀ ਨੇਵੀ ਵੱਲੋਂ ਇੰਡੀਅਨ ਓਸ਼ਨ ਵਿੱਚ ਸਮੁੰਦਰੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਕਿ ਇੰਡੀਆ ਦੀ ਫੋਰਨ ਪਾਲਿਸੀ ਇਕੱਲੀ ਅਫਗਾਨਿਸਤਾਨ ਦੇ ਮੁੱਦੇ 'ਤੇ ਹੀ ਕਲੈਪਸ ਨਹੀਂ ਹੋਈ ਜਾਂ ਦੂਸਰੇ ਨੇਬਰਸ ਦੇ ਨਾਲ ਵੀ ਜੋ ਇਹਨਾਂ ਦਾ ਵਰਤਾਰਾ ਹੈ, ਪਰ ਜਿਵੇਂ ਇਹਨਾਂ ਦਾ ਇੱਕ ਪ੍ਰੋਜੈਕਟ ਜਿਹੜਾ ਚਾਬਹਾਰ ਪੋਰਟ ਨੂੰ ਡਿਵੈਲਪ ਕਰਨਾ ਚਾਹੁੰਦੇ ਸੀ ਈਰਾਨ ਦੇ ਨਾਲ ਮਿਲ ਕੇ ਔਰ ਅਫਗਾਨਿਸਤਾਨ ਤੱਕ ਪਹੁੰਚਣ ਲਈ ਆਲਟਰਨੇਟ ਰੂਟ ਕਿ ਜੀ ਪਾਕਿਸਤਾਨ ਨੂੰ ਬਾਈਪਾਸ ਕਰਕੇ ਵਾਇਆ ਚਾਬਹਾਰ ਅਫਗਾਨਿਸਤਾਨ 'ਚ ਐਂਟਰੀ ਮਾਰੀ ਜਾਏ, ਉਹ ਜਦੋਂ ਅਮਰੀਕਾ ਨੇ, ਟਰੰਪ ਨੇ ਕਿਹਾ ਕਿ ਭਾਈ ਅਸੀਂ ਸੈਂਕਸ਼ਨਸ ਲਾਵਾਂਗੇ ਈਰਾਨ ਨਾਲ ਕੋਈ ਵੀ, ਉਹ ਉਦੋਂ ਪ੍ਰੋਜੈਕਟ ਖਤਮ ਹੋਇਆ ਔਰ ਈਰਾਨ ਸਿੱਧੇ ਤੌਰ 'ਤੇ ਚਾਈਨਾ ਦੇ ਨਾਲ ਉਹਨੇ ਇੱਕ ਵੱਡੇ ਪ੍ਰੋਜੈਕਟ ਦੇ ਉੱਤੇ ਇਕੱਲਾ ਇੱਕ ਨਹੀਂ ਮਲਟੀ ਬਿਲੀਅਨ ਡਾਲਰ ਦੀਆਂ ਡੀਲਸ ਬਣਾਈਆਂ। ਉਦੋਂ ਹੀ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਜਿਸ ਲਿਹਾਜ਼ ਨਾਲ ਭਾਰਤ ਖੁੱਲ੍ਹ ਕੇ ਅਮਰੀਕਾ ਦੀ ਕੱਛ 'ਚ ਵੜ ਗਿਆ ਔਰ ਇਸ ਸਾਰੇ ਦੇ ਥੱਲੇ ਜਿਹੜਾ ਹੈ ਚਾਈਨਾ ਔਰ ਰੂਸ ਇੱਕ ਦੂਜੇ ਦੇ ਕਰੀਬ ਆਏ, ਕਿਉਂਕਿ ਹੁਣ ਅਸੀਂ ਯੂਕਰੇਨ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਪ੍ਰੈਜ਼ੀਡੈਂਟ ਬਾਈਡਨ ਦੀ ਪ੍ਰੈਸ ਕਾਨਫਰੰਸ ਜੋ ਉਹਨੇ ਜਲੂਸ ਕੱਢਿਆ ਕਹਿ ਕੇ ਕਿ ਜੇ ਮਾਈਨਰ ਇਨਕਰਸ਼ਨ ਹੋਇਆ ਤੇ ਅਸੀਂ ਨਹੀਂ ਕੁਛ ਵੀ ਕਰਾਂਗੇ। ਹੁਣ ਹਾਲਾਂਕਿ ਇਹਨਾਂ ਦੇ ਫੋਰਨ ਮਿਨਿਸਟਰ ਔਰ ਸੈਕਟਰੀ ਆਫ ਸਟੇਟ ਰਸ਼ੀਆ ਦੇ ਉਹਨਾਂ ਦੀ ਮੀਟਿੰਗ ਹੋਈ ਹੈ ਔਰ ਇਸ ਤੋਂ ਲੱਗਦਾ ਵੀ ਰਸ਼ੀਆ ਆਲਰੇਡੀ ਉਹਦੇ 'ਚ ਜਿਹਨੂੰ ਕਹਿੰਦੇ ਨੇ ਫਲਾਈ ਹਾਈ ਕਰ ਰਿਹਾ ਕਿ ਉਸ ਮੁੱਦੇ 'ਤੇ ਸਾਰਾ ਯੂਰਪ ਨੂੰ ਵੀ ਉਹਨੇ ਪੈਨਿਕ ਕੀਤਾ। ਪਰ ਕਿਉਂਕਿ ਚਾਈਨਾ ਨੂੰ ਘੇਰਨ ਦੇ ਲਈ ਅਮਰੀਕਾ ਨੇ ਔਕਸ ਪਹਿਲਾਂ ਕੁਆਡ ਜਿਹਦੇ 'ਚ ਭਾਰਤ ਨੂੰ ਨਾਲ ਘੜੀਸਿਆ, ਜਾਪਾਨ ਔਰ ਆਸਟ੍ਰੇਲੀਆ, ਪਰ ਭਾਰਤ ਦੇ ਪੱਲੇ ਕੁਛ ਨਾ ਦੇਖ ਕੇ ਉਹਨਾਂ ਨੇ ਔਕਸ ਬਣਾਇਆ, ਆਸਟ੍ਰੇਲੀਆ, UK ਔਰ ਜ਼ਾਹਰ ਹੈ ਅਮਰੀਕਾ। ਲੇਕਿਨ ਚੀਨ ਨੇ ਵੀ ਇਹ ਦੇਖਿਆ ਕਿ ਵੀ ਇਹ ਹੁਣ ਜੇ ਸਾਡੇ ਮਗਰੇ ਚੀਨ ਔਰ ਰਸ਼ੀਆ ਉਹਨਾਂ ਨੇ ਜੁਆਇੰਟ ਐਕਸਾਈਜ਼ਸ ਵੀ ਕੀਤੀਆਂ ਔਰ ਹੁਣ ਤਾਂ ਲਾਈਕ ਉਹਨੇ ਰਸ਼ੀਆ ਨੇ ਕਿਹਾ ਅਸੀਂ ਯੰਗਰ ਬ੍ਰਦਰਾਂ ਨੂੰ ਤਾਂ ਮੰਨ ਲਿਆ, ਲੇਕਿਨ ਈਰਾਨ ਦੇ ਨਾਲ ਇਹ ਦੋਨੋਂ ਮੁਲਕ ਇੰਨੇ ਕਰੀਬ ਜਾਣਗੇ ਕਿ ਈਵਨ ਅਸੀਂ ਦੇਖਦੇ ਹਾਂ ਵੀ ਇਕੱਲੇ ਕਰੀਬ ਹੀ ਨਹੀਂ ਗਏ। 2019 ਦੇ ਵਿੱਚ ਇਸ ਦੀ ਪਹਿਲੀ ਸ਼ੁਰੂਆਤ ਹੁੰਦੀ ਹੈ ਜਦੋਂ ਕਿ ਉਹਨਾਂ ਨੇ ਐਕਸਾਈਜ਼ਸ ਵੀ ਟੁਗੈਦਰ ਕੀਤੀਆਂ। ਈਰਾਨ ਕਿਉਂਕਿ ਦੁਨੀਆ ਦੇ ਵਿੱਚ ਉਹਨੂੰ ਪਰਾਇਆ ਇੱਕ ਲਾਈਕ ਬਿਲਕੁਲ ਆਊਟਕਾਸਟ ਬਣਾਇਆ ਹੋਇਆ ਸੀਗਾ, ਲੇਕਿਨ ਈਰਾਨ ਇਸ ਵੇਲੇ ਇਕੱਲਾ ਇਹੀ ਨਹੀਂ ਕਿ ਰਸ਼ੀਅਨ ਪ੍ਰੈਜ਼ੀਡੈਂਟ ਵਿਜ਼ਿਟ ਕਰ ਰਿਹਾ ਤਹਿਰਾਨ, ਉਹਨਾਂ ਨੇ ਜਿਸ ਲੈਵਲ ਦੀ ਉਹਨਾਂ ਨੇ ਇੰਡੀਅਨ ਓਸ਼ਨ ਦੇ ਵਿੱਚ ਐਕਸਾਈਜ਼ ਜਿਹਦੇ 'ਚ ਆਲਮੋਸਟ 17,000 ਸਕੁਅਰ ਕਿਲੋਮੀਟਰ ਜਿਹਦੇ 'ਚ ਟੁਗੈਦਰ ਔਰ ਇਹ ਸਾਰੇ ਇਹਨਾਂ ਦੀ ਮੇਨ ਖਬਰ ਹੈ ਈਰਾਨ, ਰਸ਼ੀਆ ਐਂਡ ਚਾਈਨਾ ਬਿਗਨ ਨੇਵਲ ਡਰਿਲ। ਇਹ ਤਿੰਨੋਂ ਹੀ ਮੁਲਕਾਂ ਦਾ ਉਹਨਾਂ ਨੇ ਨੇਵਲ ਡਰਿਲ ਸ਼ੁਰੂ ਕੀਤੀ ਹੈ ਔਰ ਇਹ ਜਿਹੜਾ ਹੈ ਇਸ ਨੇਵਲ ਡਰਿਲ ਦੇ ਵਿੱਚ ਈਰਾਨ ਦੀਆਂ 11 ਵੈਸਲਸ ਨੇ, 3 ਰਸ਼ੀਅਨ ਸ਼ਿਪਸ ਨੇ ਇਨਕਲੂਡਿੰਗ ਏ ਡਿਸਟਰੋਇਰ, 2 ਚਾਈਨੀਜ਼ ਵੈਸਲਸ ਨੇ ਔਰ ਇਹ ਜਿਹੜੇ ਨੇ 17,000 ਸਕੁਅਰ ਕਿਲੋਮੀਟਰ ਉਹਨਾਂ ਨੇ ਇਨ ਦਾ ਇੰਡੀਅਨ ਓਸ਼ਨਸ ਨਾਰਥ ਇਨਕਲੂਡ ਔਰ ਇਸ ਐਕਸਾਈਜ਼ ਇਨਕਲੂਡਡ ਹੈ ਨਾਈਟ ਫਾਈਟਿੰਗ, ਰੈਸਕਿਊ ਆਪਰੇਸ਼ਨਸ ਐਂਡ ਫਾਇਰ ਫਾਈਟਿੰਗ ਡਰਿਲਸ। ਸੋ ਫੁੱਲ ਸਕੇਲ ਜਿਹੜੀਆਂ ਡਰਿਲਸ ਨੇ ਉਹ ਇਹਨਾਂ ਨੇ ਕੀਤਾ ਔਰ ਇਹ ਤੀਸਰੀ ਇਟ ਕੋਇਨਸਾਈਡਡ ਵਿਦ ਅ ਰੀਸੈਂਟ ਵਿਜ਼ਿਟ ਬਾਈ ਇਰਾਨੀਅਨ ਪ੍ਰੈਜ਼ੀਡੈਂਟ ਟੂ ਰਸ਼ੀਆ। ਇਹ ਨਹੀਂ ਰਸ਼ੀਅਨ ਨਹੀਂ ਆਇਆ, ਇਰਾਨੀਅਨ ਪ੍ਰੈਜ਼ੀਡੈਂਟ ਜਿਹੜਾ ਰਸ਼ੀਆ 'ਚ ਗਿਆ ਔਰ ਤਹਿਰਾਨ ਔਰ ਮਾਸਕੋ ਦੇ ਬਾਈਲੇਟਰਲ ਰਿਲੇਸ਼ਨ ਜਿਹੜੇ ਨੇ ਸਿਕਿਉਰਿਟੀ ਔਰ ਇੰਟਰਨੈਸ਼ਨਲ ਅਰੀਨਾ 'ਚ ਬਹੁਤ ਇੰਪਰੂਵ ਹੋਏ ਨੇ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਈਰਾਨ ਵੀ ਖੁੱਲ੍ਹ ਕੇ ਚੀਨ, ਹੁਣ ਕੱਲ੍ਹ ਨੂੰ ਜਿੱਥੇ ਈਰਾਨ ਇੱਕ ਐਸਾ ਮੁਲਕ ਸੀ ਜਿਹੜਾ ਭਾਰਤ ਨੂੰ ਮੇਨਲੀ ਹਰ ਮੁਸੀਬਤ ਵੇਲੇ ਕਰੂਡ ਆਇਲ ਸਪਲਾਈ ਕਰਦਾ ਰਿਹਾ, ਈਰਾਨ ਦੇ ਨਾਲ ਪਰਸ਼ੀਅਨ ਉਹਨਾਂ ਦੀ ਲੈਂਗੁਏਜ ਔਰ ਕਲਚਰਲ ਰਿਲੇਸ਼ਨਸ ਵੀ ਰਹੇ, ਪਰ ਹੁਣ ਜਦੋਂ ਚਾਈਨਾ ਨਾਲ ਹੌਸਟਿਲਿਟੀ ਇੰਡੀਆ ਨੇ ਰੱਖੀ, ਅਮਰੀਕਾ ਦੇ ਬਹੁਤ ਪ੍ਰੋ ਗਿਆ ਔਰ ਨਤੀਜੇ ਦੇ ਤੌਰ 'ਤੇ ਚਾਈਨਾ ਨੇ ਤਾਂ ਇਹਨਾਂ ਨੂੰ ਜੋ ਮਾਰਿਆ ਪੁੱਠੇ ਹੱਥ ਦੀ ਚਪੇੜ, ਪਰ ਹੁਣ ਚਾਈਨਾ, ਰਸ਼ੀਆ ਔਰ ਈਰਾਨ ਦਾ ਕੰਬੀਨੇਸ਼ਨ ਭਾਰਤ ਕਿੱਥੇ ਜਾ ਕੇ ਖਲੋਏਗਾ ਇਹ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ। ਔਰ ਅਸੀਂ ਕਨਕਲੂਜਨ 'ਚ ਵੀਕਐਂਡ ਵੀ ਹੈ ਔਰ ਰੂਹਾਨੀਅਤ ਦਾ ਵਿਚਾਰ ਸਾਡਾ ਹਿੱਸਾ ਰਹਿਣਾ ਚਾਹੀਦਾ। ਸਾਡੇ ਕੁਛ ਵਿਊਅਰਸ ਨਾਰਾਜ਼ ਵੀ ਹੋਏ ਜਦੋਂ ਪਿਛਲੇ ਕੁਛ ਦਿਨ ਅਸੀਂ ਜਦੋਂ ਮਿਸ ਕੀਤਾ, ਹਾਲਾਂ ਅੱਲਾ ਯਾਰ ਖਾਂ ਦਾ ਜਿਹੜੀ ਹੈ ਗੰਜੇ ਸ਼ਹੀਦਾਂ ਨੂੰ ਸਾਡੇ
ਵਿਊਅਰਸ ਨੇ ਇੰਜੋਏ ਵੀ ਕੀਤਾ ਹੈ। ਜੀ ਔਰ ਇਹ ਸ੍ਰੀ ਰਾਗ 'ਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ, ਮਨ ਸੱਚ ਕਸਵੱਟੀ ਲਾਈਐ ਤੁਲੀਐ ਪੂਰੈ ਤੋਲ, ਕੀਮਤ ਕਿਨੈ ਨ ਪਾਈਐ ਰਿਦ ਮਾਣਕ ਮੋਲ ਅਮੋਲ, ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤਿਗੁਰ ਪਾਈਐ, ਅਹਨਸ ਸ਼ਬਦ ਸਲਾਹੇ ਰਹਾਓ। ਜੀ ਜਿਵੇਂ ਰਹਾਓ ਦੀ ਤੁਕ ਸੈਂਟਰਲ ਭਾਵ ਹੁੰਦਾ ਹੈ ਸ਼ਬਦ ਦਾ ਕਿ ਹੇ ਮੇਰੇ ਭਰਾ ਭਾਈ ਰੇ ਹਰ ਹੀਰਾ ਗੁਰ ਮਾਹੇ, ਕਿ ਜਿਹੜਾ ਹੀਰਾ ਰੱਬ ਹੈ, ਡਾਇਮੰਡ ਹੈ, ਸਭ ਤੋਂ ਕੀਮਤੀ ਹੈ, ਇਸ ਦਾ ਰਸਤਾ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਅਗਵਾਈ ਥੱਲੇ ਗੁਰਮਤ ਦੇ ਰਸਤੇ ਤੇ ਚੱਲਦਿਆਂ ਉਸ ਨੂੰ ਹਾਸਲ ਕੀਤਾ ਜਾਂਦਾ ਹੈ। ਸਤ ਸੰਗਤ ਸਤਿਗੁਰ ਪਾਈ ਹੈ, ਅਹਨਸ ਸ਼ਬਦ ਸਲਾਹ, ਕਿ ਸਤ ਸੰਗਤ 'ਚ ਬੈਠ ਕੇ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਅਸੀਂ ਉਸ ਵਾਹਿਗੁਰੂ ਨੂੰ ਦਿਨ ਰਾਤ ਯਾਦ ਕਰਦੇ ਹਾਂ ਤੇ ਉਸ ਦੀ ਪ੍ਰਾਪਤੀ ਹੁੰਦੀ ਹੈ। ਔਰ ਇਸੇ ਹੀ ਥੀਮ ਨੂੰ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ, ਕਿ ਹੇ ਮੇਰੇ ਪਿਆਰੇ, ਹੇ ਮੇਰੇ ਲਵਡ ਵਨ, ਉਸ ਗੁਰੂ ਦੇ ਬੋਲਾਂ ਨੂੰ ਸਾਂਭ ਕੇ ਕਿ ਭਾਈ ਰੱਬ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਹੋਰ ਆਨੰਦ ਨਹੀਂ ਹੈ, ਉਸ ਬੋਲ ਨੂੰ ਪਕਾ ਮਨ ਸੱਚ ਕਸਵੱਟੀ ਲਾਈਏ। ਸੱਚ ਦੇ ਰਸਤੇ ਤੇ ਤੁਰਦਿਆਂ ਜੋ ਵੀ ਤੂੰ ਜ਼ਿੰਦਗੀ 'ਚ ਕਰਦਾ ਹੈ ਉਹਨੂੰ ਸੱਚ ਦੀ ਕਸੌਟੀ ਤੇ ਪਰਖ ਕੇ ਦੇਖ। ਆਪਣੇ ਮਨ ਨੂੰ ਸੱਚ ਦੀ ਕਸੌਟੀ ਤੇ ਪਰਖ, ਤੁਲੀਆ ਪੂਰੇ ਤੋਲ। ਜ਼ਿੰਦਗੀ ਦੇ ਵਿੱਚ ਜੇ ਤੂੰ ਸੱਚ ਦੀ ਕਸਵੱਟੀ ਦੇ ਉੱਤੇ ਆ ਗਿਆ, ਸੱਚ ਤੇਰੇ ਜੀਵਨ ਦਾ ਆਧਾਰ ਹੈ, ਤੇ ਫਿਰ ਤੂੰ ਪੂਰਾ ਤੁਲੇਂਗਾ, ਕੋਈ ਘੱਟ ਵੱਧ ਨਹੀਂ ਹੋਏਗਾ, ਘਾਟੇ 'ਚ ਨਹੀਂ ਹੋਏਗਾ। ਕੀਮਤ ਕਿਨੈ ਨਾ ਪਾਈ ਹੈ ਰਿਦ ਮਾਣਕ ਮੋਲ ਅਮੋਲ। ਫਿਰ ਜਦੋਂ ਵਾਹਿਗੁਰੂ ਰੂਪੀ ਹੀਰਾ ਤੁਹਾਡੇ ਅੰਦਰ, ਉਹ ਮਾਣਕ ਵੀ ਹੈ, ਹੀਰਾ ਵੀ ਹੈ, ਮੋਤੀ ਵੀ ਹੈ, ਤੇਰੇ ਅੰਦਰ ਵਸ ਗਿਆ, ਇਹ ਉਹ ਕੀਮਤੀ ਦਾਤ ਹੈ, ਕੀਮਤੀ ਤੋਹਫਾ ਤੇਰੇ ਕੋਲ ਹੋਏਗਾ ਜਿਹਦੀ ਕੋਈ ਕੀਮਤ ਨਹੀਂ ਪਾ ਸਕਦਾ। ਸੱਚ ਵਖਰ ਤਨ ਰਾਸ ਲੈ ਪਾਈਐ ਗੁਰ ਪ੍ਰਗਾਸ, ਜਿਉ ਅਗਨ ਮਰੈ ਜਲ ਪਾਈਐ ਤਿਉ ਤ੍ਰਿਸ਼ਨਾ ਦਾਸਨ ਦਾਸ, ਜਮ ਜੰਦਾਰ ਨਾ ਲੱਗਈ ਇਉ ਭੌਜਲ ਤਰੈ ਤਰਾਸ। ਕਿ ਹੁਣ ਜਦੋਂ ਕੋਈ ਵਪਾਰ ਕਰਦਾ ਹੈ ਤੇ ਉਸ ਦੀ ਇੱਕ ਮੂਲ ਪਾਉਂਦਾ ਹੈ, ਜਿਸ ਨੂੰ ਇਨਵੈਸਟਮੈਂਟ ਇੱਥੇ ਕਿਹਾ ਜਾਂਦਾ ਹੈ, ਰਾਸ, ਕਿ ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ, ਕਿ ਜੇ ਤੂੰ ਇਸ ਵਾਹਿਗੁਰੂ ਦੇ ਇਸ ਦਾਤ ਨੂੰ ਪਾਣਾ ਤੇ ਸੱਚ ਦੀ ਵਖਰ ਨੂੰ, ਵਣਜ ਨੂੰ, ਵਸਤੂ ਨੂੰ ਪਾਣ ਦੇ ਲਈ ਸੱਚ ਦੀ ਰਾਸ ਪਾ, ਕਿ ਤੇਰੇ ਜੀਵਨ ਦੇ ਅੰਦਰ ਜੇ ਹੈ, ਜੇ ਤੂੰ ਸੱਚ ਦੀ ਰਾਸ ਪਾਈ ਹੈ, ਸੱਚ ਦੀ ਵਖਰ ਨੂੰ ਹਾਸਲ ਕਰੇਗਾ ਸੱਚ ਦੀ ਰਾਸ ਦੇ ਨਾਲ, ਤੇ ਪਾਈ ਹੈ ਗੁਰ ਪ੍ਰਗਾਸ, ਤੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਗਾਸ ਹੋਏਗਾ, ਚਾਨਣ ਹੋਏਗਾ। ਜਿਵੇਂ ਜੋ ਅਗਨ ਮਰੈ ਜਲ ਪਾਈ ਹੈ, ਜਿਵੇਂ ਅੱਗ ਨੂੰ ਬੁਝਾਉਣ ਦੇ ਲਈ ਪਾਣੀ ਜ਼ਰੂਰੀ ਹੁੰਦਾ ਹੈ, ਤਿਉ ਤ੍ਰਿਸ਼ਨਾ ਦਾਸਨ ਦਾਸ, ਇਵੇਂ ਹੀ ਤੇਰੀ ਤ੍ਰਿਸ਼ਨਾ, ਤੇਰੀਆਂ ਡਿਜ਼ਾਇਰਸ, ਜਦੋਂ ਤੂੰ ਸੱਚ ਦੀ ਵਖਰ ਨੂੰ, ਜੀਵਨ ਨੂੰ ਸੱਚ ਦੀ ਕਸੌਟੀ ਤੇ ਪਰਖਿਆ, ਤੇ ਇਹ ਡਿਜ਼ਾਇਰ ਜਿਹੜੀਆਂ ਨੇ ਦਾਸਨ ਦਾਸ, ਇਹ ਤੇਰੀਆਂ ਦਾਸੀਆਂ ਹੋਣਗੀਆਂ, ਨੌਕਰ ਹੋਣਗੀਆਂ ਤੇਰੀਆਂ। ਜਮ ਜੰਦਾਰ ਨਾ ਲੱਗੇ, ਫਿਰ ਮੌਤ ਦਾ ਐਂਜਲ ਤੈਨੂੰ ਟੱਚ ਨਹੀਂ ਕਰ ਸਕੇਗਾ। ਫਿਜ਼ੀਕਲ ਮੌਤ ਨਹੀਂ ਹੈ, ਉਹ ਤਾਂ ਹਰ ਇੱਕ ਨੇ ਮਰਨਾ ਹੈ। ਮੌਤ ਦਾ ਡਰ ਤੇਰੇ ਚੋਂ ਨਿਕਲ ਜਾਏਗਾ। ਇਉਂ ਭੌਜਲ ਤਰੈ ਤਰਾਸ, ਇਵੇਂ ਤੂੰ ਇਸ ਸੰਸਾਰ ਭਵਜਲ ਤੋਂ ਬਾਕੀਆਂ ਦੇ ਨਾਲ, ਦੂਸਰਿਆਂ ਨੂੰ ਵੀ ਨਾਲ ਲੈ ਕੇ, ਤਰੈ ਤਰਾਸ ਹੈ ਕਿ ਬਾਕੀਆਂ ਨੂੰ ਵੀ ਨਾਲ ਲੈ ਕੇ ਤੂੰ ਜਿਹੜਾ ਇਸ ਮਾਇਆ ਦੇ ਭਵ ਸਾਗਰ ਤੋਂ ਤਰਸ ਜਾਏਗਾ। ਗੁਰਮੁਖ ਕੂੜ ਨਾ ਭਾਵੇ, ਸੱਚ ਰਤੇ ਸੱਚ ਭਾਏ, ਸਾਕਤ ਸੱਚ ਨਾ ਭਾਵੇ, ਕੂੜੈ ਕੂੜੀ ਪਾਏ, ਸੱਚ ਰਤੇ ਗੁਰ ਮੇਲੀਐ, ਸੱਚੇ ਸੱਚ ਸਮਾਏ। ਹੁਣ ਦੋ ਕਿਸਮ ਦੇ ਲੋਕ ਨੇ, ਇੱਕ ਸੱਚ ਦੇ ਉੱਤੇ ਖੜੇ, ਸੱਚ ਦੇ ਤੁਰਨ ਵਾਲੇ, ਇੱਕ ਕੂੜ ਦੇ ਨਾਲ ਜੁੜੇ ਹੋਏ, ਕੂੜ ਨੂੰ ਪਿਆਰ ਕਰਨ ਵਾਲੇ। ਔਰ ਇਹ ਬਿਲਕੁਲ ਜਦੋਂ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕਿ ਸੱਚਾ ਸੱਚੇ ਨੂੰ ਹੀ ਪਿਆਰਦਾ, ਉਹਦੇ ਨਾਲ ਹੀ ਉਹਦੀ ਸੰਗਤ ਹੀ ਉਹਨੂੰ ਚੰਗੀ ਲੱਗਦੀ ਹੈ। ਸ਼ਰਾਬੀ ਨੂੰ ਸ਼ਰਾਬੀ ਦਾ ਸਾਥ ਚੰਗਾ ਲੱਗਦਾ, ਜਵਾਰੀ ਨੂੰ ਜਵਾਰੀਆ ਚੰਗਾ ਲੱਗਦਾ, ਚੋਰ ਨੂੰ ਉਹਦੀ ਚੋਰ ਮੰਡਲੀ ਚੰਗੀ ਲੱਗਦੀ ਹੈ।
ਔਰ ਗੁਰਮੁਖ ਕੂੜ ਨਾ ਭਾਵੇ, ਸੱਚ ਰਤੇ ਸੱਚ ਪਾਏ। ਕਿ ਜਿਹੜਾ ਗੁਰੂ ਦੀ ਗੱਲ ਦੇ ਉੱਤੇ ਅਮੰਨਾ ਕਰਨ ਵਾਲਾ ਉਹਨੂੰ ਝੂਠ ਨਹੀਂ ਚੰਗਾ ਨਹੀਂ ਲੱਗਦਾ, ਉਹ ਸੱਚ ਦੇ ਵਿੱਚ ਹੀ ਇਮਰਸ ਹੁੰਦਾ ਹੈ, ਉਹ ਸੱਚ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਂਦਾ। ਪਰ ਦੂਜੇ ਪਾਸੇ ਸਾਕਤ ਸੱਚ ਨਾ ਭਾਵੇ, ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਇਨਸਾਨ ਹੈ, ਸਾਕਤ ਹੈ, ਉਹਨੂੰ ਸੱਚ ਚੰਗਾ ਨਹੀਂ ਲੱਗਦਾ, ਕੂੜਾ ਕੂੜੀ ਪਾਇਆ, ਉਹ ਝੂਠ ਦੇ ਨਾਲ ਹੀ ਉਹ ਕੰਫਰਟੇਬਲ ਹੁੰਦਾ। ਸੱਚ ਰਤੇ ਗੁਰ ਮੇਲੀ ਹੈ ਕਿ ਸੱਚ ਦੇ ਵਿੱਚ ਉਹੀ ਰਤਿਆ ਜਾ ਸਕਦਾ ਹੈ, ਇਮਰਸ ਹੋ ਸਕਦਾ ਹੈ ਜਿਹੜਾ ਗੁਰੂ ਦੇ ਨਾਲ ਮਿਲ ਪਿਆ ਤੇ ਸੱਚੇ ਸੱਚ ਸਮਾਏ। ਫਿਰ ਉਹਦੀ ਜ਼ਿੰਦਗੀ ਸੱਚ ਦੇ ਉੱਤੇ ਮਬਨੀ ਹੁੰਦੀ ਹੈ ਤੇ ਅਖੀਰ 'ਚ ਮਨ ਮੈਂ ਮਾਣਕ ਲਾਲ ਨਾਮ, ਰਤਨ ਪਦਾਰਥ ਹੀਰ, ਸੱਚ ਵਖਰ ਧਨ ਨਾਮ ਹੈ, ਘਟ ਘਟ ਗਹਿਰ ਗੰਭੀਰ, ਨਾਨਕ ਗੁਰਮੁਖ ਪਾਈ ਹੈ, ਦਇਆ ਕਰੇ ਹਰ ਹੀਰ। ਕਿ ਜਿਹਦੇ ਅੰਦਰ ਰੱਬ ਵਸਦਾ ਹੈ, ਮਨ ਮੈਂ ਮਾਣਕ ਲਾਲ ਨਾਮ। ਇਹ ਮਾਣਕ ਲਾਲ, ਇਹ ਜੂਲ, ਇਹ ਡਾਇਮੰਡਸ, ਇਹਨਾਂ ਸਾਰਿਆਂ ਨੂੰ ਹੀ ਮਾਣਕ ਲਾਲ ਇਹ ਲਫ਼ਜ਼ ਉਹਦੇ ਲਈ ਹੁੰਦੇ ਨੇ ਕਿ ਭਾਈ ਜਿਨ੍ਹਾਂ ਦੇ ਅੰਦਰ ਇਹ ਨਾਮ ਦਾ ਮਾਣਕ ਲਾਲ ਆ ਗਿਆ, ਰਤਨ ਪਦਾਰਥ ਹੀਰ, ਇਹ ਰੂਬੀਜ਼ ਨੇ, ਇਹੀ ਜੂਲ ਹੈ, ਇਹੀ ਖਜ਼ਾਨਾ ਹੈ, ਸੱਚ ਵਖਰ ਧਨ ਨਾਮ ਹੈ। ਉਹਨਾਂ ਦੀ ਜਿਹੜੀ ਵਸਤੂ, ਵਖਰ ਵਸਤੂ ਨੂੰ ਜਿਹੜੀ ਉਹਨੇ ਰੱਬ ਦੀ ਦਰਗਾਹ 'ਚ ਲੈ ਕੇ ਜਾਣੀ ਹੈ, ਉਹਨੇ ਇੰਨਾ ਕੁ ਧਨ ਨੇ, ਰੂਬੀਆਂ, ਇਹ ਜੂਲ, ਇਹ ਨੀਲਮ, ਇਹ ਸਾਰੇ ਇਕੱਠੇ ਕੀਤੇ ਨੇ, ਕੀਮਤੀ ਜਿਹੜੇ ਕੁਦਰਤ ਦੇ ਸਾਧਨ ਨੇ, ਘਟ ਘਟ ਗਹਿਰ ਗੰਭੀਰ। ਔਰ ਉਹਨਾਂ ਦੇ ਅੰਦਰ ਜਿਹੜਾ ਉਹ ਰੱਬ ਵਸਦਾ ਔਰ ਉਹ ਰੱਬ ਦੀ ਪ੍ਰੈਜ਼ੈਂਸ ਤੁਰ ਅੰਦਰ ਜਿਹਨੂੰ ਗਹਿਰ ਗੰਭੀਰ ਹੈ, ਡੀਪ ਐਂਡ ਪ੍ਰੋਫਾਊਂਡ, ਤੁਸੀਂ ਉਸ ਨੂੰ ਮਹਿਸੂਸ ਕਰਦੇ ਹੋ। ਇਹ ਉੱਪਰਲੇ ਕੂੜਾ ਤਾਂ ਝੂਠਾ ਹੁੰਦਾ, ਇੱਕ ਜੋ ਨਿਕਲਦਾ ਦੂਜੇ ਚਲਾ ਜਾਂਦਾ। ਨਾਨਕ ਗੁਰਮੁਖ ਪਾਈ ਹੈ, ਦਇਆ ਕਰੇ ਹਰ ਹੀਰ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਗੁਰਮੁਖ ਰੱਬ ਦੇ ਰਸਤੇ ਤੇ ਚੱਲਣ ਵਾਲੇ ਇਸ ਹੀਰੇ ਰੂਪੀ ਰੱਬ ਨੂੰ ਪਾਉਂਦੇ ਨੇ। ਔਰ ਇਸ ਦੇ ਲਈ ਕਿਉਂਕਿ ਰੱਬ ਦਇਆ ਕਰਨ ਵਾਲਾ ਹੈ, ਰਹਿਮ ਕਰਨ ਵਾਲਾ ਹੈ, ਇਸ ਲਈ ਉਹਨੂੰ ਰਹੀਮ ਵੀ ਕਹਿੰਦੇ ਨੇ। ਰੱਬ ਦਾ ਨਾਂ ਰਹੀਮ ਹੈ ਕਿ ਰਹਿਮ ਕਰਨ ਵਾਲਾ ਹੈ, ਔਰ ਉਸ ਦੇ ਅੰਦਰ ਦਇਆ ਹੈ, ਕੰਪੈਸ਼ਨ ਹੈ। ਔਰ ਅਲਟੀਮੇਟਲੀ ਜਿਹੜਾ ਇਸ ਸੱਚ ਦੇ ਰਸਤੇ ਤੇ ਤੁਰਦਾ ਹੈ, ਸੱਚ ਵਖਰ ਨੂੰ ਵਿਹਾਜਦਾ ਹੈ, ਉਸ ਨੂੰ ਰਹੀਮ ਰੱਬ ਆਪਣੇ ਗਲ ਨਾਲ ਲਾਉਂਦਾ ਔਰ ਉਹਨੂੰ ਜਿਹੜਾ ਉਹ ਸੱਚੇ ਤਨ ਦੇ ਨਾਲ ਨਵਾਜ ਦਿੰਦਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।